ਤੁਸੀਂ ਸੁਣਨ ਜਾ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਅਜੀਤ ਸਿੰਘ ਔਲਖ ਦੁਆਰਾ। ਕੋਹਿਨੂਰ ਹੀਰਾ। ਸੰਸਾਰ ਦਾ ਸਭ ਤੋਂ ਕੀਮਤੀ ਹੀਰਾ, ਜਿਸ ਨੂੰ ਕੋਹਿਨੂਰ ਭਾਵ ਰੋਸ਼ਨੀ ਦਾ ਪਹਾੜ ਕਹਿੰਦੇ ਹਨ, ਮਹਾਰਾਜਾ ਰਣਜੀਤ ਸਿੰਘ ਦੇ ਜਲੋਖਾਨੇ ਦਾ ਸ਼ਿੰਗਾਰ ਸੀ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਪਾਸ ਕਿੱਥੋਂ ਆਇਆ? ਇਸ ਪਿੱਛੇ ਵੀ ਇੱਕ ਲੰਮਾ ਇਤਿਹਾਸ ਹੈ। ਜਦ ਬਾਬਰ ਨੇ ਹਿੰਦੁਸਤਾਨ ਨੂੰ ਜਿੱਤ ਲਿਆ ਤਾਂ ਉਸ ਆਪਣੇ ਪੁੱਤਰ ਹੁਮਾਯੂੰ ਨੂੰ ਆਗਰੇ 'ਤੇ ਕਬਜ਼ਾ ਕਰਨ ਵਾਸਤੇ ਭੇਜਿਆ। ਤਾਂ ਜਦ ਹੁਮਾਯੂੰ ਨੇ ਆਗਰੇ ਨੂੰ ਘੇਰ ਲਿਆ ਅਤੇ ਲੁੱਟ ਖੋਹ ਸ਼ੁਰੂ ਕੀਤੀ ਤਾਂ ਇੱਕ ਇਸਤਰੀ ਨੇ ਉਸ ਨੂੰ ਇਹ ਹੀਰਾ ਆਪਣੀ ਜਾਨ ਬਖਸ਼ੀ ਲਈ ਦਿੱਤਾ। ਹੁਮਾਯੂੰ ਨੇ ਜਦ ਇਹ ਹੀਰਾ ਆਪਣੇ ਪਿਤਾ ਬਾਬਰ ਨੂੰ ਵਿਖਾਇਆ ਤਾਂ ਬਾਬਰ ਵੇਖ ਕੇ ਬੜਾ ਖੁਸ਼ ਹੋਇਆ ਤੇ ਉਸ ਹੀਰਾ ਹੁਮਾਯੂੰ ਨੂੰ ਦੇ ਦਿੱਤਾ। ਇਹ ਹੀਰਾ ਸਨ 1540 ਤੱਕ ਭਾਰਤ ਵਿੱਚ ਰਿਹਾ, ਪਰ ਜਦ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾ ਦਿੱਤਾ ਤੇ ਉਹ ਭੱਜ ਕੇ ਈਰਾਨ ਚਲਾ ਗਿਆ ਅਤੇ ਹੀਰਾ ਫਿਰ ਨਾਲ ਹੀ ਲੈ ਗਿਆ। ਪਰ ਸਨ 1555 ਵਿੱਚ ਜਦ ਉਹ ਭਾਰਤ ਦਾ ਬਾਦਸ਼ਾਹ ਬਣਿਆ ਤਾਂ ਉਹ ਹੀਰਾ ਫਿਰ ਭਾਰਤ ਲੈ ਆਂਦਾ। ਫਿਰ ਸਨ 39 ਤੱਕ ਇਹ ਹੀਰਾ ਮੁਗਲ ਬਾਦਸ਼ਾਹ ਪਾਸ ਰਿਹਾ। ਪਰ ਜਦ ਸਨ 1739 ਵਿੱਚ ਨਾਦਰ ਸ਼ਾਹ ਅਬਦਾਲੀ ਨੇ ਅਹਿਮਦ ਸ਼ਾਹ ਰੰਗੀਲੇ ਨੂੰ ਹਰਾ ਕੇ ਦਿੱਲੀ ਤੇ ਖਜ਼ਾਨੇ ਤੇ ਕਬਜ਼ਾ ਕੀਤਾ ਤਾਂ ਇਹ ਹੀਰਾ ਉਸ ਪਾਸ ਚਲਾ ਗਿਆ। ਉਸ ਸਮੇਂ ਤੱਕ ਇਸ ਹੀਰੇ ਦਾ ਕੋਈ ਨਾਂ ਨਹੀਂ ਸੀ, ਪਰ ਜਦ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਵੇਖਿਆ ਤਾਂ ਹੈਰਾਨੀ ਵਿੱਚ ਉਸ ਦੇ ਮੂੰਹੋਂ ਨਿਕਲ ਗਿਆ, ਕੋਹਿਨੂਰ ਭਾਵ ਰੋਸ਼ਨੀ ਦਾ ਪਹਾੜ। ਉਸ ਤੋਂ ਬਾਅਦ ਇਹ ਹੀਰਾ ਕੋਹਿਨੂਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਨਾਦਰ ਸ਼ਾਹ ਇਸ ਹੀਰੇ ਨੂੰ ਖੁਰਾਸਾਨ ਲੈ ਗਿਆ। ਜਦ ਸਨ 1747 ਨੂੰ ਨਾਦਰ ਸ਼ਾਹ ਮਾਰਿਆ ਗਿਆ ਤਾਂ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚ ਆ ਗਿਆ। ਇਹ ਹੀਰਾ ਫਿਰ ਕਾਬਲ ਦੇ ਬਾਦਸ਼ਾਹ ਸ਼ਾਹ ਸੁਜਾ ਪਾਸ ਆਇਆ। ਸਨ 1812 ਵਿੱਚ ਸ਼ਾਹ ਸੁਜਾ ਅਤੇ ਬਾਦਸ਼ਾਹ ਜ਼ਮਾਨ ਆਪਣੇ ਬਾਲ ਬੱਚਿਆਂ ਸਮੇਤ ਰਾਜਸੀ ਪਨਾਹ ਲਈ ਲਾਹੌਰ ਨੂੰ ਆਏ, ਪਰ ਰਾਹ ਵਿੱਚ ਅਟਕ ਕੇ ਗਵਰਨਰ ਜਹਾਨਦਾਦ ਖਾਨ ਨੇ ਸ਼ਾਹ ਸੁਜਾ ਨੂੰ ਕੈਦ ਕਰ ਲਿਆ ਅਤੇ ਉਸ ਨੂੰ ਆਪਣੇ ਭਰਾ ਕਸ਼ਮੀਰ ਦੇ ਗਵਰਨਰ ਅਤਾ ਬੇਗ ਕੋਲ ਕਸ਼ਮੀਰ ਭੇਜ ਦਿੱਤਾ। ਉਸ ਦਾ ਭਰਾ ਅਤੇ ਬਾਕੀ ਦਾ ਪਰਿਵਾਰ ਲਾਹੌਰ ਪਹੁੰਚ ਗਏ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਰਿਹਾਇਸ਼ ਅਤੇ ਖੁਰਾਕ ਦਾ ਚੰਗਾ ਇੰਤਜ਼ਾਮ ਕਰ ਦਿੱਤਾ। ਸ਼ਾਹ ਸੁਜਾ ਦੀ ਵੱਡੀ ਬੇਗਮ ਵਫਾ ਬੇਗਮ ਨੇ ਇੱਕ ਦਿਨ ਫਕੀਰ ਅਜ਼ੀਜ਼ਦੀਨ ਕੋਲ ਬੇਨਤੀ ਕੀਤੀ ਕਿ ਜੇ ਉਹ ਉਸਦੇ ਪਤੀ ਸ਼ਾਹ ਸੁਜਾ ਨੂੰ ਕਸ਼ਮੀਰ ਦੀ ਕੈਦ ਵਿੱਚੋਂ ਛਡਵਾ ਲਿਆਉਣ ਤਾਂ ਉਹ ਉਹਨਾਂ ਨੂੰ ਕੋਹਿਨੂਰ ਹੀਰਾ ਦੇਵੇਗੀ। ਫਕੀਰ ਅਜ਼ੀਜ਼ਦੀਨ ਨੇ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ। ਮਹਾਰਾਜਾ ਨੇ ਫਕੀਰ ਦੀ ਗੱਲ ਪ੍ਰਵਾਨ ਕਰ ਲਈ ਅਤੇ ਕਸ਼ਮੀਰ ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਕਾਬਲ ਦਾ ਵਜ਼ੀਰ ਫਤਿਹ ਖਾਨ ਵੀ ਕਸ਼ਮੀਰ ਤੇ ਹਮਲਾ ਕਰਨ ਜਾ ਰਿਹਾ ਸੀ। ਜਦ ਉਸ ਮਹਾਰਾਜ ਤੋਂ ਸਹਾਇਤਾ ਮੰਗੀ ਤਾਂ ਮਹਾਰਾਜੇ ਨੇ ਖੁਸ਼ੀ-ਖੁਸ਼ੀ ਉਸ ਦੀ ਮਦਦ ਕਰਨੀ ਪ੍ਰਵਾਨ ਕਰ ਲਈ। ਬੜਾ ਭਾਰੀ ਯੁੱਧ ਹੋਇਆ ਤੇ ਸਿੰਘ ਸ਼ਾਹ ਸੁਜਾ ਨੂੰ ਰਿਹਾ ਕਰਵਾਉਣ ਵਿੱਚ ਕਾਮਯਾਬ ਹੋ ਗਏ। ਉਹ ਉਸ ਨੂੰ ਲਾਹੌਰ ਲੈ ਆਏ, ਪਰ ਜਦ ਵਫਾ ਬੇਗਮ ਤੋਂ ਕੋਹਿਨੂਰ ਹੀਰਾ ਮੰਗਿਆ ਗਿਆ ਤਾਂ ਉਹ ਕੁਝ ਟਾਲ ਮਟੋਲ ਕਰਨ ਲੱਗੀ। ਪਰ ਮਹਾਰਾਜਾ ਆਪਣੇ ਮਹਿਮਾਨ ਨਾਲ ਜ਼ਬਰਦਸਤੀ ਨਹੀਂ ਸੀ ਕਰਨਾ ਚਾਹੁੰਦੇ, ਇਸ ਲਈ ਉਹਨਾਂ ਨੇ ਉਸ ਹੀਰੇ ਦੇ ਮੁੱਲ ਵਜੋਂ ਉਹਨਾਂ ਨੂੰ 50,000 ਰੁਪਏ ਸਾਲਾਨਾ ਦੀ ਜਾਗੀਰ ਅਤੇ 3 ਲੱਖ ਰੁਪਏ ਨਕਦ ਦਿੱਤੇ। ਉਸ ਤੋਂ ਬਾਅਦ ਸ਼ਾਹ ਸੁਜਾ ਨੇ ਇੱਕ ਦਰਬਾਰ ਵਿੱਚ ਉਹ ਰੋਸ਼ਨੀ ਦਾ ਪਹਾੜ ਹੀਰਾ ਮਹਾਰਾਜਾ ਜੀ ਦੇ ਹੱਥ ਤੇ ਰੱਖਿਆ ਤੇ ਧੰਨਵਾਦ ਕੀਤਾ। ਮਹਾਰਾਜਾ ਨੇ ਆਪਣੇ ਹੱਥ ਤੋਂ ਰੱਖ ਕੇ ਜਦ ਉਸ ਹੀਰੇ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਕਾਫੀ ਦੂਰ ਤੱਕ ਉਸ ਹੀਰੇ ਦੀ ਰੋਸ਼ਨੀ ਜਾ ਰਹੀ ਸੀ। ਮੁਲਤਾਨ ਦੀ ਜਿੱਤ। ਮਹਾਰਾਜਾ ਰਣਜੀਤ ਸਿੰਘ ਵਿੱਚ ਇਹ ਸਿਫਤ ਸੀ ਕਿ ਉਹ ਆਪਣੇ ਦੁਸ਼ਮਣ ਨੂੰ ਜਿੱਤ ਕੇ ਉਸ ਨੂੰ ਕਦੇ ਕਤਲ ਨਹੀਂ ਕਰਦੇ ਸਨ। ਉਸ ਦੇ ਮੁਆਫੀ ਮੰਗ ਲੈਣ ਉੱਤੇ ਉਸ ਨੂੰ ਫਿਰ ਉੱਥੋਂ ਦਾ ਹੀ ਹਾਕਮ ਬਣਾ ਦਿੰਦੇ ਸਨ। ਮੁਲਤਾਨ ਦੇ ਸੂਬੇ ਨੂੰ ਉਹ ਪਹਿਲਾਂ 2 ਵਾਰ ਜਿੱਤ ਚੁੱਕੇ ਸਨ। ਉੱਥੋਂ ਦਾ ਹਾਕਮ ਮੁਜ਼ੱਫਰ ਖਾਨ ਡਨ ਭਰ ਦਿੰਦਾ ਸੀ, ਪਰ ਫਿਰ ਕੁਝ ਸਮੇਂ ਬਾਅਦ ਮਾਲੀਆ ਦੇਣਾ ਬੰਦ ਕਰ ਦਿੰਦਾ ਸੀ ਅਤੇ ਆਕੀ ਹੋ ਜਾਂਦਾ ਸੀ। ਤੀਸਰੀ ਵਾਰ ਜਦ ਉਹ ਫਿਰ ਆਕੀ ਹੋ ਗਿਆ ਤਾਂ ਮਹਾਰਾਜੇ ਨੇ ਇੱਕ ਵੱਡੀ ਫੌਜ ਲੈ ਕੇ ਉਸ ਨੂੰ ਸੋਧਣ ਦਾ ਮਨ ਬਣਾਇਆ। ਉਹਨਾਂ ਨੇ 25,000 ਸੂਰਮਿਆਂ ਦੀ ਤਾਕਤਵਰ ਫੌਜ ਕਨਵਰ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਵੇ ਅਤੇ ਧਨਾ ਸਿੰਘ ਮਲਵਈ ਦੀ ਕਮਾਂਡ ਹੇਠ ਜਨਵਰੀ 1818 ਈਸਵੀ ਨੂੰ ਭੇਜੀ। ਨਵਾਬ ਨੂੰ ਵੀ ਪਤਾ ਲੱਗ ਚੁੱਕਾ ਸੀ ਅਤੇ ਉਹ ਪੂਰੀਆਂ ਤਿਆਰੀਆਂ ਕਰੀ ਬੈਠਾ ਸੀ।
ਜਹਾਦ ਦੇ ਨਾਂ ਉੱਤੇ ਉਸ 20,000 ਗਾਜ਼ੀ ਇਕੱਠੇ ਕੀਤੇ ਹੋਏ ਸਨ। ਸਿੰਘਾਂ ਨੇ ਸ਼ਹਿਰ ਤੱਕ ਪਹੁੰਚਦਿਆਂ ਹੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਿੰਘਾਂ ਦੇ ਗੋਲੇ ਲੱਗਣ ਨਾਲ ਕੰਧ ਵਿੱਚ 2 ਥਾਵਾਂ ਤੇ ਪਾੜ ਪੈ ਗਏ, ਪਰ ਨਵਾਬ ਨੇ ਰੇਤ ਦੀਆਂ ਬੋਰੀਆਂ ਨਾਲ ਉਹਨਾਂ ਪਾੜਾਂ ਨੂੰ ਬੰਦ ਕਰ ਦਿੱਤਾ। ਇਸ ਤਰ੍ਹਾਂ ਕਈ ਦਿਨ ਲੜਾਈ ਚੱਲਦੀ ਰਹੀ। ਇੱਕ ਦਿਨ ਸ਼ਹਿਰ ਉੱਤੇ ਪੂਰੀ ਤਾਕਤ ਨਾਲ ਹਮਲਾ ਕੀਤਾ ਗਿਆ। ਬੜੀ ਗਹਿ ਗੱਚ ਲੜਾਈ ਹੋਈ। ਜਹਾਦੀ ਭੱਜ ਉੱਠੇ ਤੇ ਜਾ ਕੇ ਇਤਿਹਾਸਕ ਕਿਲੇ ਵਿੱਚ ਲੁਕ ਗਏ। ਸਿੰਘਾਂ ਨੇ ਫਿਰ ਕਿਲੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕਿਲੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਦਰਵਾਜ਼ਾ ਟੁੱਟ ਨਾ ਸਕਿਆ। ਜਦ ਅਕਾਲੀ ਫੁੱਲਾ ਸਿੰਘ ਨੂੰ ਇਹ ਪਤਾ ਲੱਗਾ ਕਿ ਮੁਲਤਾਨ ਦਾ ਕਿਲਾ ਸਰ ਨਹੀਂ ਹੋ ਰਿਹਾ, ਤਾਂ ਉਹ ਅਕਾਲੀ ਦਲ ਨੂੰ ਲੈ ਕੇ ਮੁਲਤਾਨ ਪਹੁੰਚ ਗਿਆ। ਇਹਨਾਂ ਨੇ ਜਾਂਦਿਆਂ ਹੀ ਭੰਗੀਆਂ ਦੀ ਤੋਪ ਕਿਲੇ ਦੇ ਦਰਵਾਜ਼ੇ ਅੱਗੇ ਬੀੜ ਦਿੱਤੀ ਅਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਹੀ ਦਰਵਾਜ਼ੇ ਦੀ ਲਾਗਲੀ ਕੰਧ ਵਿੱਚ ਪਾੜ ਪੈ ਗਿਆ, ਪਰ ਨਵਾਬ ਨੇ ਝੱਟ ਹੀ ਇਸ ਪਾੜ ਨੂੰ ਵੀ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ। ਪਰ ਜਦ ਅਕਾਲੀਆਂ ਇੱਕ ਹੋਰ ਤੋਪ ਦਾ ਗੋਲਾ ਚਲਾਇਆ ਤਾਂ ਉਹ ਸਿੱਧਾ ਬੋਰੀਆਂ ਨੂੰ ਜਾ ਕੇ ਵੱਜਾ ਅਤੇ ਸਾਰੀਆਂ ਬੋਰੀਆਂ ਡਿੱਗ ਪਈਆਂ। ਉਸੇ ਸਮੇਂ ਅਕਾਲੀ ਫੁੱਲਾ ਸਿੰਘ ਨੇ ਬੜੀ ਫੁਰਤੀ ਵਰਤੀ ਤੇ ਇੱਕ ਦਸਤੇ ਨੂੰ ਲੈ ਕੇ ਕਿਲੇ ਦੇ ਅੰਦਰ ਦਾਖਲ ਹੋ ਗਿਆ। ਹੱਥੋਂ ਹੱਥੀ ਲੜਾਈ ਸ਼ੁਰੂ ਹੋ ਗਈ। ਹੋਰ ਸਿੰਘ ਵੀ ਉਸ ਪਾੜ ਰਾਹੀਂ ਅੰਦਰ ਦਾਖਲ ਹੁੰਦੇ ਗਏ। ਅਕਾਲੀ ਫੁੱਲਾ ਸਿੰਘ ਨੇ ਸਿੱਧਾ ਨਵਾਬ ਨੂੰ ਲਲਕਾਰਿਆ ਤੇ ਅੱਖ ਦੇ ਫੋਰ ਵਿੱਚ ਉਸ ਦਾ ਸਿਰ ਲਾ ਕੇ ਰੱਖ ਦਿੱਤਾ। ਨਵਾਬ ਦੇ 5 ਪੁੱਤਰ ਵੀ ਮਾਰੇ ਗਏ। ਜਦ ਗਾਜ਼ੀਆਂ ਨੂੰ ਇਹ ਪਤਾ ਲੱਗਾ ਕਿ ਸਾਰੇ ਮੁਖੀ ਮਾਰੇ ਗਏ ਹਨ ਤਾਂ ਉਹ ਕਿਲਾ ਖਾਲੀ ਕਰਕੇ ਭੱਜ ਗਏ। ਮੁਲਤਾਨ ਦੀ ਫਤਿਹ ਵਿੱਚ ਸਿੰਘਾਂ ਨੂੰ ਬਹੁਤ ਧਨ ਦੌਲਤ ਪ੍ਰਾਪਤ ਹੋਈ। ਨਵਾਬ ਦੇ ਖਜ਼ਾਨੇ ਵਿੱਚ ਬੜੀ ਦੌਲਤ ਸੀ। ਇਸ ਖੂਨੀ ਲੜਾਈ ਵਿੱਚ 12,000 ਤੋਂ ਵੱਧ ਮੁਸਲਮਾਨ ਮਾਰੇ ਗਏ ਤੇ 4,000 ਤੋਂ ਵੱਧ ਸਿੰਘ ਸ਼ਹੀਦ ਹੋਏ। ਕਈ ਜਰਨੈਲ ਜ਼ਖਮੀ ਵੀ ਹੋਏ, ਜਿਨ੍ਹਾਂ ਵਿੱਚ ਹਰੀ ਸਿੰਘ ਨਲੂਆ ਤੇ ਅਕਾਲੀ ਫੁੱਲਾ ਸਿੰਘ ਦੇ ਨਾਂ ਸਿਰਕੱਢ ਸਨ। ਨਵਾਬ ਦੇ 3 ਪੁੱਤਰ ਜਿਉਂਦੇ ਫੜ ਲਏ ਗਏ। ਇਹਨਾਂ ਦੇ ਨਾਂ ਸਰਫਰਾਜ਼ ਖਾਂ, ਜ਼ੁਲਫਕਾਰ ਅਲੀ ਖਾਂ ਅਤੇ ਅਮੀਰ ਬੇਗ ਖਾਂ ਸਨ। ਇਹਨਾਂ ਤਿੰਨਾਂ ਨੂੰ ਲਾਹੌਰ ਵਿੱਚ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਿਆਲੂ ਮਹਾਰਾਜਾ ਨੇ ਇਹਨਾਂ ਨੂੰ ਕੋਈ ਸਜ਼ਾ ਦੇਣ ਦੀ ਥਾਂ ਇਹਨਾਂ ਦੇ ਨਿਰਬਾਹ ਵਾਸਤੇ ਸ਼ੁਕਰਪੁਰ ਦੇ ਇਲਾਕੇ ਵਿੱਚ ਇੱਕ ਵੱਡੀ ਜਾਗੀਰ ਇਹਨਾਂ ਦੇ ਨਾਂ ਲਾ ਦਿੱਤੀ। ਇਹ ਜਾਗੀਰ ਹਾਲੇ ਵੀ ਇਹਨਾਂ ਦੇ ਵਾਰਸਾਂ ਦੇ ਕਬਜ਼ੇ ਵਿੱਚ ਹੈ।